ਭਾਰਤੀ ਫਿਲਮ ਨਾਟੂ ਨਾਟੂ ਦੇ ਕਰਕੇ ਆਸਕਰ ਆ ਚੁੱਕਾ ਹੈ ਭਾਰਤੀਆਂ ਦੇ ਵਿਹੜੇ। ਪਰੰਤੂ ਕੀ ਤੁਹਾਨੂੰ ਪਤਾ ਹੈ ਕਿ ਆਸਕਰ ਨਾਮ ਆਖਿਰ ਕਿਵੇਂ ਪਿਆ ਹੈ? ਇਹ ਅੱਜ ਵੀ ਹੈ ਇੱਕ ਮਿਸਟਰੀ। ਕਿਉਂ ਟਰਾਫੀ ਜਿੱਤ ਕੇ ਵੀ ਉਸ ਦੇ ਉੱਪਰ ਐਕਟਰ ਦਾ ਮਾਲਿਕਾਨਾ ਹੱਕ ਨਹੀਂ ਹੁੰਦਾ ਅਤੇ ਅਕੈਡਮੀ ਅਵਾਰਡਸ ਦਾ ਨਾਮ ਕਿਵੇਂ ਬਦਲ ਕੇ ਰੱਖ ਦਿੱਤਾ ਗਿਆ ਸੀ ਆਸਕਰ ਅਵਾਰਡਸ ਅਤੇ ਇਸ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਅਤੇ ਰੋਚਕ ਗੱਲਾਂ ਆਓ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। 95 ਆਸਕਰ ਸੈਰੇਮਨੀ ਦੇ ਵਿੱਚ ਭਾਰਤ ਨੇ ਪਹਿਲੀ ਵਾਰ 2 ਅਵਾਰਡ ਜਿੱਤੇ ਨੇ। ਫਿਲਮ RRR ਦੇ ਗਾਣੇ ਨਾਟੂ ਨਾਟੂ ਨੇ ਬੈਸਟ ਓਰੀਜਨਲ Song ਦਾ ਅਵਾਰਡ ਜਿੱਤਿਆ ਹੈ। ਉੱਥੇ ਹੀ ਦੀ ਐਲੀਫੈਂਟ ਵਿਸਪਰ ਬੈਸਟ ਡਾਕੂਮੈਂਟਰੀ ਸ਼ਾਰਟ ਫਿਲਮ ਬਣ ਚੁੱਕੀ ਹੈ। ਇਸ ਮੌਕੇ ਦੇ ਉੱਪਰ ਜਾਣਦੇ ਹਾਂ ਆਸਕਰ ਦੇ ਇਤਿਹਾਸ ਦੇ ਬਾਰੇ ਵਿੱਚ। ਆਸਕਰ ਨੂੰ ਲੈ ਕੇ ਸਵਾਲ ਕਈ ਨੇ, ਜਿਸ ਤਰ੍ਹਾਂ ਕਿ ਆਸਕਰ ਆਖਿਰ ਕਦੋਂ ਸ਼ੁਰੂ ਹੋਇਆ ਸੀ, ਕਿਸੇ ਨੇ ਸ਼ੁਰੂ ਕੀਤਾ ਸੀ, ਕਿਉਂ ਇਹ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਅਵਾਰਡ ਹੈ, ਤੋਂ ਲੈ ਕੇ ਆਸਕਰ ਦੇ ਨਾਲ ਫਿਲਮਾਂ ਕਿਸ ਤਰ੍ਹਾਂ ਦੇ ਨਾਲ ਚੁਣੀਆਂ ਜਾਂਦੀਆਂ ਨੇ, ਟਰਾਫੀ ਦੇ ਨਾਲ ਕੀ ਕਲਾਕਾਰਾਂ ਨੂੰ ਪੈਸਾ ਵੀ ਮਿਲਦਾ ਹੈ, ਇਸ ਦੇ ਨਾਲ ਹੀ ਜੁੜੇ ਹੋਏ ਕਈ ਸਵਾਲ ਨੇ। ਤਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਅਵਾਰਡ ਦਾ ਨਾਮ ਆਸਕਰ ਆਖਿਰ ਕਿਵੇਂ ਪਿਆ। ਇਸ ਨੂੰ ਲੈ ਕੇ ਅੱਜ ਤੱਕ ਇੱਕ ਰਹੱਸ ਇਸ ਦੇ ਨਾਲ ਜੁੜਿਆ ਹੋਇਆ ਹੈ। ਖੁਦ ਆਸਕਰ ਕਮੇਟੀ ਨੇ ਵੀ ਇਸ ਦੇ ਬਾਰੇ ਵਿੱਚ ਕੋਈ ਗੱਲ ਕਲੀਅਰ ਨਹੀਂ ਕੀਤੀ ਹੈ। ਦੱਸ ਦਈਏ ਕਿ ਆਸਕਰ ਅਵਾਰਡ ਦਾ ਪਹਿਲਾ ਨਾਮ ਅਕੈਡਮੀ ਅਵਾਰਡ ਸੀ। ਇਸ ਦੀ ਸਥਾਪਨਾ 1927 ਦੇ ਵਿੱਚ ਰੱਖੀ ਗਈ ਸੀ। ਅਮਰੀਕਾ ਦੇ MGM ਸਟੂਡੀਓ ਦੇ ਪ੍ਰਮੁੱਖ ਲੂਇਸ ਬੀ ਮੇਅਰ ਨੇ ਆਪਣੇ 3 ਦੋਸਤਾਂ ਐਕਟਰ ਕਾਰਨਾਰਡ ਨਾਗਲ, ਡਾਇਰੈਕਟਰ ਫ੍ਰੈਡ ਨਿਬਲੋ ਅਤੇ ਫਿਲਮ ਮੇਕਰ ਫੀਡ ਬੀਟਸੋਨ ਦੇ ਨਾਲ ਮਿਲ ਕੇ ਇੱਕ ਅਜਿਹਾ ਗਰੁੱਪ ਬਣਾਉਣ ਦਾ ਪਲਾਨ ਬਣਾਇਆ ਜਿਸ ਦੇ ਨਾਲ ਪੂਰੀ ਇੰਡਸਟਰੀ ਨੂੰ ਫਾਇਦਾ ਮਿਲੇ। ਇੱਕ ਅਜਿਹਾ ਅਵਾਰਡ ਸ਼ੁਰੂ ਕੀਤਾ ਜਾਵੇ ਜਿਸ ਦੇ ਨਾਲ ਫਿਲਮ ਮੇਕਰਸ ਨੂੰ ਮੋਟੀਵੇਸ਼ਨ ਮਿਲੇ। ਇਸ ਆਈਡੀਆ ਨੂੰ ਅੱਗੇ ਵਧਾਉਣ ਦੇ ਵਾਸਤੇ ਲੋਕਾਂ ਨੂੰ ਨਾਲ ਜੋੜਨਾ ਵੀ ਜ਼ਰੂਰੀ ਸੀ। ਇਸ ਦੇ ਲਈ ਹਾਲੀਵੁੱਡ ਦੇ 36 ਸਭ ਤੋਂ ਨਾਮੀ ਲੋਕਾਂ ਨੂੰ ਲਾਸ ਐਂਜਲਸ ਦੇ ਵਿੱਚ ਐਂਬੈਸਡਰ ਹੋਟਲ ਦੇ ਵਿੱਚ ਬੁਲਾਇਆ ਗਿਆ। ਉਹਨਾਂ ਦੇ ਸਾਹਮਣੇ ਇੰਟਰਨੈਸ਼ਨਲ ਅਕੈਡਮੀ ਆਫ ਮੋਸ਼ਨ ਪਿਕਚਰ ਆਫ ਆਰਟ ਐਂਡ ਸਾਇੰਸ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ। ਸਾਰੇ ਲੋਕ ਰਾਜ਼ੀ ਹੋ ਗਏ ਅਤੇ ਮਾਰਚ 1927 ਤੱਕ ਇਸ ਦੇ ਅਧਿਕਾਰੀ ਚੁਣੇ ਗਏ। ਇਸ ਦੇ ਪ੍ਰਧਾਨ ਹਾਲੀਵੁੱਡ ਐਕਟਰ ਅਤੇ ਪ੍ਰੋਡਿਊਸਰ ਡਗਲਸ ਫੇਅਰਬੈਂਕਸ ਬਣੇ ਸੀ। 11 ਮਈ 1927 ਦੇ ਵਿੱਚ 300 ਜਾਣੀਆਂ ਮਾਣੀਆਂ ਹਸਤੀਆਂ ਦੀ ਦਾਵਤ ਰੱਖੀ ਗਈ, ਜਿਨ੍ਹਾਂ ਦੇ ਵਿੱਚ 230 ਲੋਕਾਂ ਨੇ $100 ਦੇ ਵਿੱਚ ਅਕੈਡਮੀ ਦੀ ਆਫੀਸ਼ੀਅਲ ਮੈਂਬਰਸ਼ਿਪ ਲੈਣੀ ਕਬੂਲ ਵੀ ਕਰ ਲਈ। ਸ਼ੁਰੂਆਤ ਦੇ ਵਿੱਚ ਅਵਾਰਡ ਨੂੰ 5 ਕੈਟਾਗਰੀਜ਼ ਯਾਨੀ ਕਿ ਪ੍ਰੋਡਿਊਸਰ, ਡਾਇਰੈਕਟਰ, ਐਕਟਰ, ਟੈਕਨੀਸ਼ੀਅਨ ਅਤੇ ਰਾਈਟਰ ਦੇ ਵਿੱਚ ਵੰਡਿਆ ਗਿਆ। ਇਸ ਅਵਾਰਡ ਦਾ ਨਾਮ ਰੱਖਿਆ ਗਿਆ ਸੀ ਅਕੈਡਮੀ ਅਵਾਰਡਸ। ਇਸ ਤੋਂ ਇਲਾਵਾ ਇੱਕ ਹੋਰ ਸਵਾਲ, ਜਿਹੜਾ ਦੂਸਰਾ ਸਵਾਲ ਸਾਹਮਣੇ ਆਉਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਤਿਆਰ ਹੋਈ ਅਕੈਡਮੀ ਅਵਾਰਡ ਦੀ ਟਰਾਫੀ। ਤਾਂ ਦੱਸ ਦਈਏ ਕਿ ਅਕੈਡਮੀ ਅਵਾਰਡ ਦੀ ਟਰਾਫੀ ਤਲਵਾਰ ਲੈਤੇ ਹੋਏ ਯੋਧਾ ਦੀ ਹੈ, ਜੋ ਕਿ ਫਿਲਮ ਦੀ ਰੀਲ ਦੇ ਉੱਪਰ ਖੜਾ ਹੈ। ਇਸ ਦੇ ਪਿੱਛੇ ਸੋਚ ਸੀ ਕਿ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਵੀ ਇੱਕ ਯੋਧਾ ਦੇ ਵਾਂਗ ਹੀ ਫੀਲ ਕਰਾਇਆ ਜਾਵੇ। ਇਸ ਦੇ ਵਾਸਤੇ ਸਭ ਤੋਂ ਪਹਿਲਾਂ MGM ਸਟੂਡੀਓ ਦੇ ਆਰਟ ਡਾਇਰੈਕਟਰ ਨੇ ਤਲਵਾਰ ਲਈ ਅਤੇ ਉੱਥੇ ਇੱਕ ਯੋਧਾ ਦੀ ਰੀਲ ਦੇ ਉੱਪਰ ਖੜਾ ਕਰਕੇ ਸਟਰਕਚਰ ਤਿਆਰ ਕੀਤਾ ਗਿਆ। ਇਸ ਸਟਰਕਚਰ ਨੂੰ ਫਾਈਨਲ ਲੁੱਕ ਦਿੱਤਾ ਮੂਰਤੀਕਾਰ ਜਾਰਜ ਸਟੈਨਲੇ ਨੇ। ਦੱਸ ਦਈਏ ਕਿ 92.5% ਟੀਨ ਅਤੇ 7.5% ਤਾਂਬੇ ਦੇ ਨਾਲ ਬਣਿਆ 골ਡ ਪਲੇਟਡ ਇਹ ਟਰਾਫੀ 13 ਇੰਚ ਲੰਬੀ ਅਤੇ 3.85 ਕਿਲੋਗ੍ਰਾਮ ਦਾ ਸੀ। ਪਹਿਲੀ ਸੈਰੇਮਨੀ ਦੇ ਦੌਰਾਨ 2701 ਅਵਾਰਡ ਬਣਾਏ ਗਏ ਸੀ। 1938 ਦੇ ਵਿੱਚ ਲੱਕੜੀ ਦੀ ਟਰਾਫੀ ਵੀ ਬਣਾਈ ਗਈ ਸੀ, ਕਿਉਂਕਿ ਦੂਸਰੇ ਵਿਸ਼ਵ ਯੁੱਧ ਦੇ ਸਮੇਂ ਤਾਂਬੇ ਦੀ ਕਾਫੀ ਜ਼ਿਆਦਾ ਕਿੱਲਤ ਹੋ ਗਈ ਸੀ। ਇਸ ਤੋਂ ਇਲਾਵਾ ਦੱਸ ਦਈਏ ਕਿ 16 ਮਈ 1929 ਨੂੰ ਹੋਈ ਪਹਿਲੀ ਆਸਕਰ ਅਵਾਰਡ ਸੈਰੇਮਨੀ 270 ਮਹਿਮਾਨਾਂ ਨੂੰ ਹਾਲੀਵੁੱਡ ਰੂਜ਼ਵੈਲਟ ਹੋਟਲ ਦੇ ਵਿੱਚ ਬਲੌਮਜ਼ ਰੂਮ ਦੀ ਪ੍ਰਾਈਵੇਟ ਪਾਰਟੀ ਦੇ ਵਿੱਚ ਬੁਲਾਇਆ ਗਿਆ। ਇਸ ਸਮਾਰੋਹ ਦਾ ਟਿਕਟ $5 ਦਾ ਸੀ। ਨਾ ਕੋਈ ਮੀਡੀਆ, ਨਾ ਦਰਸ਼ਕ, ਨਾ ਭੀੜ। ਇਹ ਸੈਰੇਮਨੀ 15 ਮਿੰਟਾਂ ਦੇ ਵਿੱਚ ਹੀ ਮੁਕੰਮਲ ਹੋ ਗਈ। ਪਹਿਲੀ ਅਵਾਰਡ ਸੈਰੇਮਨੀ ਨੇ ਵਿਜੇਤਾਵਾਂ ਦੀ ਨਾਮ ਦੀ ਘੋਸ਼ਣਾ 3 ਮਹੀਨੇ ਪਹਿਲਾਂ ਹੀ ਕਰ ਦਿੱਤੀ ਸੀ। 1930 ਤੋਂ ਲੈ ਕੇ ਅਵਾਰਡ ਨਾਈਟ ਦੀ ਰਾਤ 11 ਵਜੇ ਮੀਡੀਆ ਨੂੰ ਵਿਜੇਤਾਵਾਂ ਦੀ ਲਿਸਟ ਦਿੱਤੀ ਜਾਣ ਲੱਗ ਪਈ। ਪਰੰਤੂ 1940 ਦੇ ਵਿੱਚ ਲਾਸ ਐਂਜਲਸ ਟਾਈਮਜ਼ ਨੇ ਸੈਰੇਮਨੀ ਤੋਂ ਪਹਿਲਾਂ ਹੀ ਵਿਜੇਤਾਵਾਂ ਦੀ ਘੋਸ਼ਣਾ ਕਰ ਦਿੱਤੀ। ਇਸ ਤੋਂ ਬਾਅਦ ਤੋਂ ਹੀ ਵਿਜੇਤਾਵਾਂ ਦਾ ਖੁਲਾਸਾ ਬੰਦ ਲਿਫਾਫੇ ਦੇ ਵਿੱਚ ਕੀਤਾ ਜਾਣ ਲੱਗ ਪਿਆ। ਦੱਸ ਦਈਏ ਕਿ ਐਮਲ ਜੈਨਿੰਗਸ ਨੂੰ ਮਿਲਿਆ ਸੀ ਪਹਿਲਾ ਬੈਸਟ ਐਕਟਰ ਅਵਾਰਡ। ਜੀ ਹਾਂ, ਪਹਿਲਾ ਬੈਸਟ ਐਕਟਰ ਅਵਾਰਡ ਐਮਲ ਜੈਨਿੰਗਸ ਨੂੰ 2 ਫਿਲਮਾਂ ਦੀ ਲਾਸਟ ਕਮਾਂਡ ਔਰ ਦੀ ਵੇ ਆਫ ਆਲ ਫਲੈਸ਼ ਦੇ ਵਾਸਤੇ ਮਿਲਿਆ ਸੀ। ਉਹਨਾਂ ਨੂੰ ਇਸ ਸੈਰੇਮਨੀ ਤੋਂ ਪਹਿਲਾਂ ਯੂਰਪ ਵਾਪਸ ਜਾਣਾ ਪਿਆ ਸੀ, ਇਸ ਲਈ ਅਕੈਡਮੀ ਨੇ ਉਹਨਾਂ ਨੂੰ ਪਹਿਲਾਂ ਹੀ ਇਹ ਅਵਾਰਡ ਦੇ ਦਿੱਤਾ ਸੀ। ਐਮਲ ਨੂੰ 2 ਫਿਲਮਾਂ ਦੇ ਵਾਸਤੇ ਅਵਾਰਡ ਮਿਲਿਆ ਸੀ, ਪਰੰਤੂ ਬਾਅਦ ਦੇ ਵਿੱਚ ਅਕੈਡਮੀ ਨੇ ਨਿਯਮ ਬਣਾਇਆ ਕਿ ਇੱਕ ਵਿਅਕਤੀ ਨੂੰ ਇੱਕ ਹੀ ਅਵਾਰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਗਲਾ ਅਤੇ ਤੀਸਰਾ ਸਵਾਲ ਇਹ ਵੀ ਜ਼ਿਹਨ ਦੇ ਵਿੱਚ ਆਉਂਦਾ
ਚਾਹੁੰਦਾ ਹੈ ਕਿ ਅਕੈਡਮੀ ਅਵਾਰਡ ਦਾ ਨਾਮ ਆਸਕਰ ਆਖਿਰ ਕਿਵੇਂ ਪੈ ਗਿਆ। ਤਾਂ ਦੱਸਦੀ ਹੈ ਕਿ ਅਕੈਡਮੀ ਅਵਾਰਡ ਹੁਣ ਆਸਕਰ ਅਵਾਰਡ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। 1939 ਦੇ ਵਿੱਚ ਇਸ ਦਾ ਆਫੀਸ਼ੀਅਲ ਨਾਮ ਆਸਕਰ ਪੈ ਗਿਆ ਸੀ, ਪਰੰਤੂ ਇਸ ਦੇ ਨਾਮ ਦੇ ਪਿੱਛੇ ਆਸਕਰ ਕਿਵੇਂ ਲੱਗ ਗਿਆ, ਇਸ ਦੇ ਨਾਲ ਲੱਗੀਆਂ ਹੋਈਆਂ 3 ਥਿਉਰੀਜ਼ ਸਾਹਮਣੇ ਆਉਂਦੀਆਂ ਨੇ। ਪਹਿਲੀ ਥਿਉਰੀ ਇਹ ਹੈ ਕਿ ਆਸਕਰ ਅਵਾਰਡ ਦੀ ਪਹਿਲੀ ਮਹਿਲਾ ਪ੍ਰੈਜ਼ੀਡੈਂਟ ਅਤੇ ਅਮਰੀਕਨ ਐਕਟਰੈਸ ਬੈਟੇ ਡੇਵਿਸ ਦਾ ਦਾਅਵਾ ਹੈ ਕਿ ਆਸਕਰ ਦੀ ਟਰਾਫੀ ਦੇ ਪਿੱਛੇ ਤੋਂ ਦੇਖਣ ਦੇ ਉੱਪਰ ਉਸ ਨੂੰ ਮਿਊਜ਼ੀਸ਼ੀਅਨ ਪਤੀ ਹਾਰਮਨ ਆਸਕਰ ਨੈਲਸਨ ਯਾਨੀ ਕਿ ਹਾਰਮਨ ਆਸਕਰ ਨੈਲਸਨ ਦੇ ਵਾਂਗ ਹੀ ਦਿਖਦੀ ਹੈ, ਇਸ ਲਈ ਇਸ ਅਵਾਰਡ ਦਾ ਨਾਮ ਆਸਕਰ ਪੈ ਗਿਆ। ਦੂਸਰੀ ਥਿਉਰੀ ਇਹ ਵੀ ਹੈ ਕਿ ਹਾਲੀਵੁੱਡ ਦੇ ਗੌਸਿਪ ਆਰਟੀਕਲ ਲਿਖਣ ਵਾਲੀ ਕਾਲਮਿਸਟ ਸਿਡਨੀ ਸਕਾਲਸਕੀ ਦਾ ਦਾਅਵਾ ਹੈ ਕਿ ਅਕੈਡਮੀ ਅਵਾਰਡਸ ਨੂੰ ਆਸਕਰ ਨਿਕਨੇਮ ਉਹਨਾਂ ਨੇ ਹੀ ਦਿੱਤਾ ਸੀ। ਉਹਨਾਂ ਨੇ ਸਾਲ 1934 ਦੇ ਵਿੱਚ ਇੱਕ ਲੇਖ ਦੇ ਵਿੱਚ ਇਸ ਅਵਾਰਡ ਦੇ ਵਾਸਤੇ ਆਸਕਰ ਨਿਕਨੇਮ ਦਾ ਇਸਤੇਮਾਲ ਕੀਤਾ ਸੀ। ਤੀਸਰੀ ਥਿਉਰੀ ਇਹ ਵੀ ਹੈ ਕਿ ਅਕੈਡਮੀ ਆਫ ਮੋਸ਼ਨ ਪਿਕਚਰਸ ਐਂਡ ਆਰਟ ਸਾਇੰਸ ਦੀ ਐਗਜ਼ੀਕਿਊਟਿਵ ਡਾਇਰੈਕਟਰ ਐਂਡ ਲਾਇਬ੍ਰੇਰੀਅਨ ਮਾਰਗਟ ਹੈਰਿਕ ਦਾ ਦਾਅਵਾ ਹੈ ਕਿ ਆਸਕਰ ਦਾ ਨਾਮ ਉਹਨਾਂ ਦੇ ਚਾਚਾ ਆਸਕਰ ਦੇ ਨਾਮ ਦੇ ਉੱਪਰ ਰੱਖਿਆ ਗਿਆ। ਹਾਲਾਂਕਿ ਤਿੰਨਾਂ ਦੇ ਵਿੱਚ ਕਿਸ ਦਾ ਦਾਅਵਾ ਸੱਚਾ ਹੈ, ਇਸ ਦਾ ਹਾਲੇ ਤੱਕ ਕੋਈ ਸਬੂਤ ਨਹੀਂ ਹੈ। ਖੁਦ ਅਕੈਡਮੀ ਨੇ ਵੀ ਇਸ ਨੂੰ ਲੈ ਕੇ ਕਦੇ ਕੋਈ ਸਫਾਈ ਨਹੀਂ ਦਿੱਤੀ, ਹਾਂ ਲੇਕਿਨ ਇਸ ਦੇ ਨਾਮ ਨੂੰ ਅਪਣਾ ਜ਼ਰੂਰ ਲਿਆ। ਇਸ ਤੋਂ ਇਲਾਵਾ ਜੇਕਰ ਅਗਲੇ ਸਵਾਲ ਯਾਨੀ ਕਿ ਚੌਥੇ ਸਵਾਲ ਤੇ ਚੱਲੀਏ ਤਾਂ ਆਸਕਰ ਨੂੰ ਲੈ ਕੇ ਸਭ ਤੋਂ ਵੱਡੇ ਅਵਾਰਡ ਦਾ ਦਰਜਾ ਆਖਿਰ ਕਿਵੇਂ ਮਿਲ ਗਿਆ, ਇਹ ਵੀ ਇੱਕ ਸਵਾਲ ਹੈ। 1929-1930 ਦੇ ਵਿੱਚ ਕੁੱਲ 15 ਲੋਕਾਂ ਨੂੰ ਆਸਕਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਪਹਿਲੇ ਅਕਾਦਮੀ ਅਵਾਰਡ ਦੇ ਵਿੱਚ ਮੀਡੀਆ ਹੀ ਨਹੀਂ ਸੀ, ਲੇਕਿਨ ਉਦੋਂ ਤੋਂ ਲੈ ਕੇ ਅੱਜ ਤੱਕ ਅਕੈਡਮੀ ਅਵਾਰਡ ਸੈਰੇਮਨੀ ਦਾ ਕਵਰੇਜ ਵੱਡੇ ਪੱਧਰ ਦੇ ਉੱਪਰ ਹੋਣ ਲੱਗ ਪਿਆ। 1953 ਦੇ ਵਿੱਚ ਪਹਿਲੀ ਵਾਰ NBC ਨੇ ਇਸ ਸੈਰੇਮਨੀ ਨੂੰ ਸਿੱਧੇ ਟੀਵੀ ਦੇ ਉੱਪਰ ਟੈਲੀਕਾਸਟ ਕੀਤਾ ਤੇ ਕਈ ਦੇਸ਼ਾਂ ਦੇ ਵਿੱਚ ਟੈਲੀਕਾਸਟ ਹੋਣ ਤੋਂ ਬਾਅਦ ਆਸਕਰ ਨੂੰ ਦੁਨੀਆ ਭਰ ਦੇ ਵਿੱਚ ਪਹਿਚਾਨ ਮਿਲਣ ਲੱਗੀ। 1956 ਤੱਕ ਇਹ ਅਵਾਰਡ ਸਿਰਫ ਹਾਲੀਵੁੱਡ ਫਿਲਮਾਂ ਦੇ ਵਾਸਤੇ ਹੀ ਦਿੱਤਾ ਜਾਂਦਾ ਸੀ। 1957 ਦੇ ਵਿੱਚ ਅਕੈਡਮੀ ਨੇ ਬੈਸਟ ਫੋਰਨ ਲੈਂਗੁਏਜ ਦੀ ਕੈਟਾਗਰੀ ਵੀ ਬਣਾ ਦਿੱਤੀ, ਜਿਸ ਤੋਂ ਬਾਅਦ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ ਜੋ ਸੀ ਉਹ ਆਪਣੀਆਂ ਫਿਲਮਾਂ ਦਾ ਨੋਮੀਨੇਸ਼ਨ ਇੱਥੇ ਭੇਜਣ ਲੱਗ ਪਏ। ਦੁਨੀਆ ਭਰ ਤੋਂ ਜਦੋਂ ਫਿਲਮਾਂ ਆਸਕਰ ਦੇ ਵਿੱਚ ਸ਼ਾਮਲ ਹੋਈਆਂ ਅਤੇ ਉਹਨਾਂ ਦਾ ਆਪਸ ਦੇ ਵਿੱਚ ਕੰਪੀਟੀਸ਼ਨ ਹੋਇਆ ਤਾਂ ਆਸਕਰ ਦਾ ਲੈਵਲ ਸਭ ਤੋਂ ਵੱਡਾ ਸਮਝਿਆ ਜਾਣ ਲੱਗ ਪਿਆ। ਸਵਾਲ ਨੰਬਰ 5 ਇਹ ਹੈ ਕਿ ਆਸਕਰ ਨੋਮੀਨੇਸ਼ਨ ਦੀ ਕੀ ਪ੍ਰੋਸੈਸ ਹੈ ਤੇ ਵਿਨਰ ਕਿਸ ਤਰ੍ਹਾਂ ਦੇ ਨਾਲ ਚੁਣਿਆ ਜਾਂਦਾ ਹੈ, ਜੋ ਕਿ ਸਾਰਿਆਂ ਦੇ ਵਾਸਤੇ ਇੱਕ ਸਵਾਲ ਵੀ ਹੈ। ਤਾਂ ਦੱਸ ਦਈਏ ਕਿ ਇਸ ਦੀ ਪ੍ਰੋਸੈਸ ਅਲੱਗ-ਅਲੱਗ ਸਟੇजेस ਦੇ ਉੱਪਰ ਹੁੰਦੀ ਹੈ। ਅਕੈਡਮੀ ਦੇ ਕੋਲ ਕਿੰਨੇ ਜਿਊਰੀ ਮੈਂਬਰ ਨੇ, ਇਸ ਦੇ ਬਾਰੇ ਵਿੱਚ ਵੀ ਸਵਾਲ ਨਾਲ ਦੀ ਨਾਲ ਜੁੜ ਜਾਂਦੇ ਨੇ। ਦੱਸ ਦਈਏ ਕਿ ਅਕੈਡਮੀ ਦੇ ਕੋਲ ਇਸ ਸਮੇਂ ਕਰੀਬ 10,000 ਮੈਂਬਰ ਨੇ। ਇਹ ਸਾਰੇ ਹੀ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ। ਅਕੈਡਮੀ ਗੈਰ ਫਿਲਮੀ ਲੋਕਾਂ ਨੂੰ ਮੈਂਬਰਸ਼ਿਪ ਨਹੀਂ ਦਿੰਦੀ ਹੈ। ਇਸ ਦਾ ਮਤਲਬ ਹੈ ਕਿ ਸਿਰਫ ਫਿਲਮ ਬਣਾਉਣ ਵਾਲੇ ਹੀ ਫਿਲਮਾਂ ਅਵਾਰਡਸ ਦੇ ਵਾਸਤੇ ਚੁਣੇ ਜਾ ਸਕਦੇ ਨੇ। ਦੂਸਰਾ, ਅਕੈਡਮੀ ਦੀ ਮੈਂਬਰਸ਼ਿਪ ਨੂੰ 2 ਲੈਵਲਸ ਦੇ ਉੱਪਰ ਤਿਆਰ ਕੀਤਾ ਜਾਂਦਾ ਹੈ। ਪਹਿਲਾ, ਜੇਕਰ ਕਿਸੇ ਐਕਟਰ, ਡਾਇਰੈਕਟਰ ਜਾਂ ਫਿਰ ਟੈਕਨੀਸ਼ੀਅਨ ਨੂੰ ਕਿਸੇ ਫਿਲਮ ਦੇ ਵਾਸਤੇ ਆਸਕਰ ਨੋਮੀਨੇਸ਼ਨ ਮਿਲਿਆ ਹੋਵੇ ਤਾਂ ਉਸ ਨੂੰ ਅਕੈਡਮੀ ਖੁਦ ਮੈਂਬਰਸ਼ਿਪ ਦੇ ਦਿੰਦੀ ਹੈ। ਜੇਕਰ ਕਿਸੇ ਅਜਿਹੇ ਵਿਅਕਤੀ ਦੀ ਮੈਂਬਰਸ਼ਿਪ ਚਾਹੀਦੀ ਹੈ ਜਿਸ ਨੂੰ ਕਿ ਕਦੇ ਆਸਕਰ ਨੋਮੀਨੇਸ਼ਨ ਨਹੀਂ ਮਿਲਿਆ ਹੋਵੇ ਤਾਂ ਅਕੈਡਮੀ ਦੇ 2 ਮੈਂਬਰ ਉਸ ਦੇ ਨਾਮ ਦੀ ਸਿਫਾਰਿਸ਼ ਕਰਦੇ ਨੇ ਅਤੇ ਜੇਕਰ ਅਕੈਡਮੀ ਉਸ ਨੂੰ ਉਸ ਦੇ ਲਾਇਕ ਮੰਨਦੀ ਹੈ ਤਾਂ ਮੈਂਬਰਸ਼ਿਪ ਮਿਲ ਜਾਂਦੀ ਹੈ। ਜਿਸ ਤਰ੍ਹਾਂ ਕਿ ਕਿਸੇ ਡਾਇਰੈਕਟਰ ਨੂੰ ਮੈਂਬਰਸ਼ਿਪ ਚਾਹੀਦੀ ਹੈ ਤਾਂ ਉਸ ਨੂੰ ਘੱਟੋ ਘੱਟ 2 ਫਿਲਮਾਂ ਦੇ ਨੂੰ ਡਾਇਰੈਕਟ ਕਰਨ ਦਾ ਐਕਸਪੀਰੀਅੰਸ ਜ਼ਰੂਰ ਹੋਣਾ ਚਾਹੀਦਾ ਹੈ। ਉਸ ਦੀ ਆਖਰੀ ਫਿਲਮ 10 ਸਾਲ ਦੇ ਅੰਦਰ ਹੀ ਬਣੀ ਹੋਣੀ ਜ਼ਰੂਰੀ ਵੀ ਕਰਾਰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਵਾਲ ਨੰਬਰ 6 ਵੀ ਹੈ ਕਿ ਭਾਰਤ ਦੇ ਵਿੱਚ ਆਸਕਰ ਦੇ ਵਾਸਤੇ ਭੇਜੀ ਜਾਣ ਵਾਲੀ ਫਿਲਮਾਂ ਦਾ ਚੁਣਾਵ ਕਿਸ ਤਰ੍ਹਾਂ ਦੇ ਨਾਲ ਹੁੰਦਾ ਹੈ। ਤਾਂ ਦੱਸ ਦਈਏ ਕਿ ਇਸ ਦੇ 2 ਤਰੀਕੇ ਨੇ। ਪਹਿਲਾ, ਇੱਕ ਫਿਲਮ ਜੋ ਸਰਕਾਰ ਦੀ ਤਰਫ ਤੋਂ ਭਾਰਤ ਆਫੀਸ਼ੀਅਲ ਐਂਟਰੀ ਕਰਦੀ ਹੈ ਅਤੇ ਦੂਸਰਾ ਇਹ ਪ੍ਰਾਈਵੇਟ ਐਂਟਰੀ। ਸਰਕਾਰ ਦੇ ਵੱਲੋਂ ਆਸਕਰ ਫਿਲਮਾਂ ਦੇ ਵਿੱਚ ਭੇਜਣ ਦੀ ਪ੍ਰੋਸੈਸ ਹਰ ਸਾਲ ਸਤੰਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ। ਫਿਲਮ ਫੈਡਰੇਸ਼ਨ ਆਫ ਇੰਡੀਆ ਯਾਨੀ ਕਿ FFI ਭਾਰਤ ਦੀ ਸਾਰੀਆਂ ਹੀ ਫਿਲਮ ਐਸੋਸੀਏਸ਼ਨਸ ਦੇ ਵਿੱਚ ਐਂਟਰੀਜ਼ ਮੰਗਵਾਉਂਦਾ ਹੈ ਅਤੇ ਇਸ ਦੇ ਵਿੱਚ ਸਾਰੀਆਂ ਭਾਸ਼ਾਵਾਂ ਦੀ ਫਿਲਮਾਂ ਸ਼ਾਮਲ ਹੁੰਦੀਆਂ ਨੇ। ਇਸ ਤੋਂ ਬਾਅਦ ਫਿਲਮ ਐਸੋਸੀਏਸ਼ਨ ਦੁਆਰਾ ਭੇਜੀ ਗਈਆਂ ਫਿਲਮਾਂ ਨੂੰ ਜਿਊਰੀ ਮੈਂਬਰ ਦੇਖਦੇ ਨੇ ਅਤੇ ਸਤੰਬਰ ਦੇ ਅੰਤ ਦੇ ਵਿੱਚ FFI ਦੀ ਤਰਫ ਤੋਂ ਆਸਕਰ ਦੇ ਵਿੱਚ ਜਾਣ ਵਾਲੀਆਂ ਫਿਲਮਾਂ ਦੀ ਆਫੀਸ਼ੀਅਲ ਐਂਟਰੀ ਦੀ ਘੋਸ਼ਣਾ ਕੀਤੀ ਜਾਂਦੀ ਹੈ। ਸਿਲੈਕਟ ਕੀਤੀ ਗਈ ਫਿਲਮਾਂ ਨੂੰ ਆਸਕਰ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਪ੍ਰਾਈਵੇਟ ਐਂਟਰੀ ਦੀ ਜੇਕਰ ਗੱਲ ਕਰੀਏ ਤਾਂ ਪ੍ਰਾਈਵੇਟ ਐਂਟਰੀ ਦੇ ਵਾਸਤੇ ਫਿਲਮ ਮੇਕਰ ਖੁਦ ਆਪਣੀ ਫਿਲਮ ਅਕੈਡਮੀ ਨੂੰ ਭੇਜਦੇ ਨੇ। ਇਸ ਦੇ ਵਿੱਚ ਸਰਕਾਰ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੁੰਦੀ। ਜੇਕਰ ਫਿਲਮ ਮੇਕਰ ਨੂੰ ਲੱਗਦਾ ਹੈ ਕਿ ਉਸ ਦਾ ਨਾਮ ਅਵਾਰਡ ਦੇ ਲਾਇਕ ਹੈ ਤਾਂ ਵੀ ਉਹ ਆਪਣੇ ਵੱਲੋਂ ਐਂਟਰੀ ਭੇਜ ਦਿੰਦਾ ਹੈ। ਅਕੈਡਮੀ ਕਿਸ ਨੂੰ ਅਵਾਰਡ ਦੇਵੇਗੀ ਇਹ ਫੈਸਲਾ ਉਸ ਦਾ ਆਪਣਾ ਹੀ ਹੁੰਦਾ ਹੈ। ਇਸ ਤੋਂ ਇਲਾਵਾ ਸਵਾਲ ਨੰਬਰ 7 ਇਹ ਵੀ ਹੈ ਕਿ ਆਸਕਰ ਦੇ ਵਿੱਚ ਫਿਲਮ ਭੇਜਣ ਦੇ ਵਾਸਤੇ ਬੇਸਿਕ ਨਿਯਮ ਕੀ ਨੇ, ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਦੂਸਰੇ ਦੇਸ਼ਾਂ ਦੇ ਵਾਸਤੇ ਆਸਕਰ ਦੇ ਵਿੱਚ ਫਿਲਮ ਭੇਜਣ ਦੇ ਵਾਸਤੇ ਜਿਹੜੇ ਨਿਯਮ ਬਣਾਏ ਗਏ ਨੇ ਸਾਰਿਆਂ ਵਾਸਤੇ, ਉਹ ਕੁਝ ਇਸ ਪ੍ਰਕਾਰ ਨੇ। ਪਹਿਲਾ ਨਿਯਮ ਇਹ ਹੈ ਕਿ ਆਸਕਰ ਦੇ ਵਾਸਤੇ ਨੋਮੀਨੇਟ ਕੀਤੀ ਗਈ ਫਿਲਮ ਦੀ ਲੰਬਾਈ ਘੱਟੋ ਘੱਟ 40 ਮਿੰਟ ਹੋਣੀ ਚਾਹੀਦੀ ਹੈ। ਫਿਲਮ 33 mm ਜਾਂ ਫਿਰ 70 mm ਦੇ ਪ੍ਰਿੰਟ ਦੇ ਵਿੱਚ 24 ਫਰੇਮ ਪ੍ਰਤੀ ਸੈਕਿੰਡ ਜਾਂ ਫਿਰ 48 ਫਰੇਮ ਪ੍ਰਤੀ ਸੈਕਿੰਡ ਦੀ ਹੋਣੀ ਚਾਹੀਦੀ ਹੈ। ਫਿਲਮ ਅੰਗਰੇਜ਼ੀ ਵਿੱਚ ਨਹੀਂ ਹੋਣੀ ਚਾਹੀਦੀ, ਰੀਜਨਲ ਲੈਂਗੁਏਜ ਦੇ ਵਿੱਚ ਹੋਣੀ ਚਾਹੀਦੀ ਹੈ। ਸਬਟਾਈਟਲ ਅੰਗਰੇਜ਼ੀ ਦੇ ਵਿੱਚ ਹੋਣੇ ਚਾਹੀਦੇ ਨੇ। ਇਸ ਦਾ ਰੈਜ਼ੋਲੂਸ਼ਨ ਵੀ 1280x720 ਦੇ ਵਿੱਚੋਂ ਘੱਟ ਨਹੀਂ ਹੋਣਾ ਚਾਹੀਦਾ। ਬੀਤੇ ਸਾਲ 1 ਜਨਵਰੀ ਤੋਂ ਲੈ ਕੇ 31 ਦਸੰਬਰ ਦੀ ਅੱਧੀ ਰਾਤ ਦੇ ਦਰਮਿਆਨ
ਦਰਮਿਆਨ ਹੀ ਇਸ ਨੂੰ ਰਿਲੀਜ਼ ਕੀਤਾ ਗਿਆ ਹੋਵੇ। ਸਵਾਲ ਨੰਬਰ 8 ਜੋ ਹੈ ਉੱਠਦਾ ਹੈ ਉਹ ਇਹ ਹੈ ਕਿ ਭਾਰਤ ਨੂੰ ਆਸਕਰ ਕਦੋਂ ਅਤੇ ਕਿਸ ਜਗ੍ਹਾ ਦੇ ਉੱਪਰ ਮਿਲਿਆ। ਤਾਂ ਦੱਸ ਦਈਏ ਕਿ 1958 ਦੇ ਵਿੱਚ ਪਹਿਲੀ ਵਾਰ ਆਸਕਰ ਦੇ ਵਿੱਚ ਭਾਰਤ ਦੇ ਵੱਲੋਂ ਮਦਰ ਇੰਡੀਆ ਫਿਲਮ ਭੇਜੀ ਗਈ। ਮਦਰ ਇੰਡੀਆ ਨੂੰ ਟੌਪ 5 ਨੋਮੀਨੇਸ਼ਨ ਦੇ ਵਿੱਚ ਜਗ੍ਹਾ ਮਿਲੀ ਸੀ ਅਤੇ ਪਰੰਤੂ ਇਹ ਫਿਲਮ ਅਵਾਰਡ ਜਿੱਤ ਨਹੀਂ ਸੀ ਸਕੀ। ਸਵਾਲ ਨੰਬਰ 9 ਜੋ ਹੈ ਇਸ ਦੇ ਬਾਰੇ ਚ ਉੱਠਦਾ ਹੈ ਉਹ ਇਹ ਹੈ ਕਿ ਭਾਰਤ ਦੀ ਆਸਕਰ ਅਵਾਰਡ ਦੇ ਵਿੱਚ ਕੀ ਅਚੀਵਮੈਂਟਸ ਰਹੀਆਂ ਨੇ। ਤਾਂ ਦੱਸ ਦਈਏ ਕਿ 1982 ਦੇ ਵਿੱਚ ਭਾਨੂ ਅਥਈਆ ਦੀ ਫਿਲਮ ਗਾਂਧੀ ਦੇ ਵਾਸਤੇ ਬੈਸਟ ਕਾਸਟਿਊਮ ਡਿਜ਼ਾਈਨਰ ਦਾ ਅਵਾਰਡ ਮਿਲਿਆ ਸੀ। 1991 ਦੇ ਵਿੱਚ ਫਿਲਮ ਮੇਕਰ ਸਤਿਆਜੀਤ ਰੇ ਨੂੰ ਆਨਰੇਰੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਨਵਾਜ਼ਿਆ ਗਿਆ। 2008 ਦੇ ਵਿੱਚ A.R. ਰਹਿਮਾਨ ਨੂੰ ਫਿਲਮ ਸਲਮ ਡੌਗ ਮਿਲੇਨੀਅਰ ਗਾਣੇ ਜੈ ਹੋ ਦੇ ਵਾਸਤੇ ਬੈਸਟ ਓਰੀਜਨਲ ਸਕੋਰ ਦੀ ਕੈਟਾਗਰੀ ਦੇ ਵਿੱਚ 2 ਅਵਾਰਡ ਮਿਲੇ ਸੀ। ਦੂਸਰਾ ਬੈਸਟ ਓਰੀਜਨਲ Song ਦਾ ਅਵਾਰਡ A.R. ਰਹਿਮਾਨ ਨੇ ਗੁਲਜ਼ਾਰ ਦੇ ਨਾਲ ਸਾਂਝਾ ਕੀਤਾ ਸੀ। 2008 ਦੇ ਵਿੱਚ ਰੈਸਲ ਪੁਕੁੱਟੀ ਨੂੰ ਸਲਮ ਡੌਗ ਮਿਲੇਨੀਅਰ ਦੇ ਵਾਸਤੇ ਬੈਸਟ ਸਾਊਂਡ ਮਿਕਸਿੰਗ ਦੇ ਵਾਸਤੇ ਮਿਲਿਆ ਸੀ। ਸਵਾਲ ਨੰਬਰ 10 ਅਤੇ ਅਖੀਰਲਾ ਸਵਾਲ ਜੋ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕੀ ਆਸਕਰ ਵੀ ਕਦੇ ਵਿਵਾਦਾਂ ਦੇ ਵਿੱਚ ਰਿਹਾ ਹੈ। ਤਾਂ ਦੱਸ ਦਈਏ ਕਿ ਆਸਕਰ ਆਪਣੀ ਪ੍ਰੋਸੈਸ ਜਾਂ ਫਿਰ ਅਵਾਰਡਸ ਦੇ ਵਾਸਤੇ ਕਦੇ ਵੀ ਵਿਵਾਦਾਂ ਦੇ ਵਿੱਚ ਨਹੀਂ ਰਿਹਾ। ਹਾਂ, ਆਸਕਰ ਦੇ ਮੰਚ ਦੇ ਉੱਪਰ ਕਈ ਸੈਲੀਬ੍ਰਿਟੀਜ਼ ਨੇ ਕਈ ਕੰਟਰੋਵਰਸ਼ੀਅਲ ਐਕਟ ਕਰਕੇ ਇਸ ਤਰ੍ਹਾਂ ਦੀਆਂ ਹਰਕਤਾਂ ਜ਼ਰੂਰ ਕੀਤੀਆਂ ਨੇ। ਉਹਨਾਂ ਦੇ ਵਿੱਚ ਕੁਝ ਵੱਡੇ ਵਿਵਾਦ ਵੀ ਜੁੜ ਜਾਂਦੇ ਨੇ। ਦੱਸ ਦਈਏ ਕਿ 2022 ਦੇ ਵਿੱਚ ਐਕਟਰ ਵਿਲ ਸਮਿਥ ਨੇ ਹੋਸਟ ਕ੍ਰਿਸ ਰੌਕ ਨੂੰ ਥੱਪੜ ਮਾਰ ਦਿੱਤਾ ਸੀ। ਪਤਨੀ ਦੇ ਉੱਪਰ ਹੋਸਟ ਕ੍ਰਿਸ ਨੇ ਮਜ਼ਾਕ ਦੇ ਨਾਲ ਉਹ ਨਾਰਾਜ਼ ਹੋ ਗਏ ਸੀ, ਜਿਸ ਕਰਕੇ ਇਹ ਘਟਨਾ ਵਾਪਰ ਗਈ। ਸਾਲ 2021 ਦੇ ਵਿੱਚ ਹਾਲੀਵੁੱਡ ਦੀ ਫ੍ਰੈਂਚ ਐਕਟਰਸ ਕੋਰੀਨ ਮੈਸਰੀਓ ਨੇ ਸਟੇਜ ਦੇ ਉੱਪਰ ਕੱਪੜੇ ਉਤਾਰ ਦਿੱਤੇ ਸੀ। ਐਕਟਰਸ ਅਵਾਰਡ ਦੇਣ ਦੇ ਵਾਸਤੇ ਸਟੇਜ ਦੇ ਉੱਪਰ ਪਹੁੰਚੀ ਸੀ, ਪਰੰਤੂ ਉੱਥੇ ਪਹੁੰਚਦੇ ਹੀ ਉਹਨਾਂ ਨੇ ਫ੍ਰੈਂਚ ਸਰਕਾਰ ਦਾ ਵਿਰੋਧ ਕਰਨ ਦੇ ਵਾਸਤੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਉਹਨਾਂ ਦੇ ਸਰੀਰ ਦੇ ਉੱਪਰ ਨਾਰੇ ਲਿਖੇ ਹੋਏ ਸੀ। 2017 ਦੇ ਵਿੱਚ ਫਾਈ ਡੁਨਾਵੇ ਅਤੇ ਵਾਨ ਬੀਟੀ ਬੈਸਟ ਪਿਕਚਰ ਦਾ ਅਵਾਰਡ ਦੇਣ ਦੇ ਵਾਸਤੇ ਸਟੇਜ ਉੱਪਰ ਪਹੁੰਚੇ। ਦੋਨਾਂ ਨੇ ਲਾ ਲਾ ਲੈਂਡ ਫਿਲਮ ਦੀ ਅਨਾਉਂਸਮੈਂਟ ਵੀ ਕਰ ਦਿੱਤੀ ਸੀ, ਪਰੰਤੂ ਇਹ ਅਵਾਰਡ ਮੂਨ ਲਾਈਟ ਫਿਲਮ ਨੂੰ ਮਿਲਣਾ ਸੀ। ਸੈਰੇਮਨੀ ਦੇ ਵਿੱਚ ਮੌਜੂਦ ਲੋਕਾਂ ਦੁਆਰਾ ਆਵਾਜ਼ ਉਠਾਏ ਜਾਣ ਤੋਂ ਬਾਅਦ ਇਸ ਗਲਤੀ ਦੇ ਵਿੱਚ ਸੁਧਾਰ ਕਰ ਦਿੱਤਾ ਗਿਆ। 2003 ਦੇ ਵਿੱਚ ਮੂਰੇ ਚੈਸਿਸ ਨੂੰ ਫਿਲਮ ਬੋਲਿੰਗ ਫਾਰ ਕੋਲੰਬੀਅਨ ਦੇ ਵਾਸਤੇ ਅਵਾਰਡ ਮਿਲਿਆ ਸੀ, ਪਰੰਤੂ ਉਹ ਸਟੇਜ ਦੇ ਉੱਪਰ ਜਾ ਕੇ ਤਤਕਾਲੀਨ ਅਮਰੀਕਨ ਪ੍ਰੈਜ਼ੀਡੈਂਟ ਜਾਰਜ ਬੁਸ਼ ਦੇ ਵਾਸਤੇ ਅਪਮਾਨਜਨਕ ਸ਼ਬਦ ਕਹਿਣ ਲੱਗ ਪਏ। ਇਸ ਦੇ ਨਾਲ ਦੱਸਦੇ ਕਿ ਸਨ 2000 ਦੇ ਵਿੱਚ ਸੈਰੇਮਨੀ ਦੇ ਵਿੱਚ ਐਂਜਲੀਨਾ ਜੋਲੀ ਨੂੰ ਫਿਲਮ ਗਰਲਜ਼ ਇੰਟਰਪ੍ਰੀਟਡ ਦੇ ਵਾਸਤੇ ਬੈਸਟ ਸਪੋਰਟਿੰਗ ਐਕਟਰਸ ਦਾ ਅਵਾਰਡ ਮਿਲਿਆ ਸੀ। ਸੈਰੇਮਨੀ ਤੋਂ ਪਹਿਲਾਂ ਐਂਜਲੀਨਾ ਨੇ ਆਪਣੇ ਭਾਈ ਨੂੰ ਰੈੱਡ ਕਾਰਪੇਟ ਦੇ ਉੱਪਰ ਲਿਪ ਕਿਸ ਕਰਕੇ ਵਿਵਾਦਾਂ ਦੇ ਵਿੱਚ ਆਪਣਾ ਨਾਮ ਐਡ ਕਰ ਲਿਆ। 1974 ਦੇ ਵਿੱਚ ਜੇਕਰ ਗੱਲ ਕਰੀਏ ਤਾਂ 1974 ਦੇ ਵਿੱਚ ਆਰਟਿਸਟ ਅਤੇ ਫੋਟੋਗ੍ਰਾਫਰ ਰਾਬਰਟ ਓਪਲ ਨੇ ਚਲਦੀ ਹੋਈ ਸੈਰੇਮਨੀ ਦੇ ਦਰਮਿਆਨ ਹੀ ਨਿਊਡ ਹੋ ਕੇ ਸਟੇਜ ਦੇ ਉੱਪਰ ਦੌੜ ਲਗਾ ਦਿੱਤੀ ਸੀ। ਐਕਟਰ ਡੇਵਿਡ ਨਿਵੇਨ ਨੇ ਲੋਕਾਂ ਦਾ ਧਿਆਨ ਆਪਣੇ ਤਰਫ ਕੀਤਾ ਤੇ ਲੋਕਾਂ ਨੂੰ ਕਾਫੀ ਹੱਦ ਤੱਕ ਨਿਰਾਸ਼ ਵੀ ਕੀਤਾ। 1971 ਦੇ ਵਿੱਚ ਐਕਟਰ ਜਾਰਜ ਸੀ ਸਕਾਨ ਨੇ ਬੈਸਟ ਐਕਟਰ ਦਾ ਅਵਾਰਡ ਠੁਕਰਾ ਦਿੱਤਾ ਤੇ ਉਹਨਾਂ ਦਾ ਮੰਨਣਾ ਸੀ ਕਿ ਕ੍ਰੀਏਟਿਵ ਪਰਫਾਰਮੈਂਸ ਦੀ ਤੁਲਨਾ ਕਰਨਾ ਗਲਤ ਹੈ। ਉਹਨਾਂ ਨੇ ਆਪਣੇ ਨੋਮੀਨੇਸ਼ਨ ਦੇ ਉੱਪਰ ਵੀ ਆਪੱਤੀ ਜ਼ਾਹਿਰ ਕੀਤੀ ਸੀ। ਇਸ ਤੋਂ ਇਲਾਵਾ ਜੇਕਰ ਹੋਰ ਪਿੱਛੇ ਚੱਲੀਏ ਤਾਂ ਅਖੀਰਲਾ ਵਿਵਾਦ ਜੋ ਸੀ ਤੇ ਪਹਿਲਾ ਜੋ ਵਿਵਾਦ ਸੀ ਉਹ ਸੀ 1936 ਦੇ ਵਿੱਚ ਸਕਰੀਨ ਰਾਈਟਰ ਡਡਲੀ ਨਿਕੋਲਸ ਨੇ ਸਟੇਜ ਦੇ ਉੱਪਰ ਅਵਾਰਡ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਅਜਿਹਾ ਕਰਨ ਵਾਲੇ ਡਡਲੀ ਪਹਿਲੇ ਵਿਅਕਤੀ ਸੀ। ਦਰਅਸਲ ਸਾਲ 1936 ਦੇ ਵਿੱਚ ਰਾਈਟਰਸ ਦਾ ਗਰੁੱਪ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਉਹਨਾਂ ਦੇ ਸਮਰਥਨ ਦੇ ਵਿੱਚ ਡਡਲੀ ਨੇ ਅਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਤਾਂ ਆਸਕਰ ਦੇ ਅਵਾਰਡ ਦੇ ਨਾਲ ਜੁੜੀਆਂ ਹੋਈਆਂ ਇਹ ਕੁਝ ਦਿਲਚਸਪ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਜਾਣ ਕੇ ਤੁਹਾਨੂੰ ਕਿੰਜ ਲੱਗਿਆ, ਇਸ ਦੇ ਬਾਰੇ ਚ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। I have did my coaching from Globewise only for IELTS and I scored 6.5 band. My experience with Globewise was so well. I would really suggest each and everyone to come here and pursue their process through Globewise. It will be really helpful for you. ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ। ਦਿੱਲੀ ਬ੍ਰਾਂਚ ਦੇ ਲਈ 9696875875, ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875875। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।